ਹੈਲੋ ਸਟੂਡੈਂਟਸ, ਅੱਜ ਆਪਾਂ 10ਵੀਂ ਕਲਾਸ ਦੇ ਪਾਠ 14 ਊਰਜਾ ਦੇ ਸੋਮਿਆਂ ਬਾਰੇ ਪੜ੍ਹਾਂਗੇ। ਤਾਂ ਜੇਕਰ ਆਪਾਂ ਊਰਜਾ ਦੀ ਗੱਲ ਕਰੀਏ, ਆਪਾਂ 9ਵੀਂ ਕਲਾਸ ਵਿੱਚ ਪੜ੍ਹ ਕੇ ਆਏ ਹਾਂ ਕਿ ਊਰਜਾ ਨਾ ਹੀ ਆਪਾਂ ਬਣਾ ਸਕਦੇ ਹਾਂ, ਨਾ ਹੀ ਊਰਜਾ ਨਸ਼ਟ ਕਰ ਸਕਦੇ ਹਾਂ, ਯਾਨੀ ਕਿ ਊਰਜਾ ਦੀ ਮਾਤਰਾ ਸਥਿਰ ਹੈ। ਕਿ ਜੇ ਦੂਜੇ ਪਾਸੇ ਆਪਾਂ ਗੱਲ ਕਰੀਏ ਤਾਂ ਹਮੇਸ਼ਾ ਆਪਾਂ ਗੱਲ ਕਰਦੇ ਹਾਂ ਕਿ ਊਰਜਾ ਦੀ ਘਾਟ ਹੈ, ਊਰਜਾ ਦੀ ਸੋਮੇ ਲੋੜ ਹੈ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਾਂ। ਫਿਰ ਇੱਕ ਪਾਸੇ ਕਹੀ ਜਾਂਦੇ ਹਾਂ ਊਰਜਾ ਬਹੁਤ ਜ਼ਿਆਦਾ ਹੈ, ਘਟਦੀ ਨਹੀਂ ਹੈ, ਬਹੁਤ ਮਾਤਰਾ ਵਿੱਚ ਊਰਜਾ ਹੈ। ਦੂਸਰੇ ਪਾਸੇ ਕਹਿੰਦੇ ਵੀ ਊਰਜਾ ਆਪਾਂ ਨੂੰ ਹੋਰ ਚਾਹੀਦੀ ਹੈ। ਤਾਂ ਇਹ ਸਾਰੇ ਸਵਾਲਾਂ ਦਾ ਜਵਾਬ ਆਪਾਂ ਇਸ ਚੈਪਟਰ ਵਿੱਚ ਲੱਭਣ ਦੀ ਕੋਸ਼ਿਸ਼ ਕਰਾਂਗੇ। ਆਪਾਂ 9ਵੀਂ ਕਲਾਸ ਦੀ ਇੱਕ ਹੋਰ ਗੱਲ ਸਾਂਝੀ ਕਰ ਲਈਏ। 9ਵੀਂ ਕਲਾਸ ਵਿੱਚ ਆਪਾਂ ਪੜ੍ਹ ਕੇ ਆਏ ਹਾਂ ਕਿ ਊਰਜਾ ਦੇ ਰੂਪ ਨੂੰ ਆਪਾਂ ਬਦਲ ਸਕਦੇ ਹਾਂ। ਫੋਰ ਐਗਜ਼ਾਮਪਲ, ਜਦੋਂ ਕੋਈ ਪਲੇਟ ਆਪਾਂ ਥੱਲੇ ਸੁੱਟਦੇ ਹਾਂ ਤਾਂ ਉੱਪਰ ਉਹਦੀ ਸਥਿਤਿਜ ਊਰਜਾ ਹੁੰਦੀ ਹੈ, ਪਰ ਜੋ ਥੱਲੇ ਆ ਜਾਂਦੀ ਹੈ ਤਾਂ ਉਸਦੀ ਗਤਿਜ ਊਰਜਾ ਵੱਧ ਜਾਂਦੀ ਹੈ। ਅਤੇ 9ਵੀਂ ਕਲਾਸ ਵੀ ਆਪਾਂ ਕੁਝ ਹੋਰ ਵੀ ਐਗਜ਼ਾਮਪਲਾਂ ਪੜ੍ਹ ਕੇ ਆਏ ਹਾਂ, ਜਿੱਥੋਂ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਕਿਸ ਸਿਚੁਏਸ਼ਨ ਦੇ ਵਿੱਚ, ਕਿਸ ਐਗਜ਼ਾਮਪਲ ਦੇ ਵਿੱਚ ਊਰਜਾ ਕਿਸ ਰੂਪ ਵਿੱਚ ਪਰਿਵਰਤਿਤ ਹੁੰਦੀ ਹੈ। ਫੋਰ ਐਗਜ਼ਾਮਪਲ, ਆਪਾਂ ਸੈੱਲ ਦੀ ਗੱਲ 9ਵੀਂ ਕਲਾਸ ਵਿੱਚ ਪੜ੍ਹ ਕੇ ਆਏ ਹਾਂ ਕਿ ਸੈੱਲ ਦੇ ਵਿੱਚ ਰਸਾਇਣਿਕ ਊਰਜਾ ਹੁੰਦੀ ਹੈ, ਪਰ ਜਦੋਂ ਕਿਸੇ ਸਰਕਿਟ ਵਿੱਚ ਜੋੜਿਆ ਜਾਂਦਾ ਹੈ ਤਾਂ ਉਹੀ ਰਸਾਇਣਿਕ ਊਰਜਾ ਕਿਸੇ ਬਿਜਲੀ ਊਰਜਾ ਵਿੱਚ ਤਬਦੀਲ ਹੋ ਜਾਂਦੀ ਹੈ। ਅਤੇ ਹੁਣ ਆਪਾਂ ਗੱਲ ਕਰਾਂਗੇ ਕਿ ਊਰਜਾ ਦੀ ਲੋੜ ਕਿਉਂ ਹੈ, ਊਰਜਾ ਬਾਰੇ ਅੱਜ ਕੱਲ੍ਹ ਪੜ੍ਹਨ ਦੀ ਲੋੜ ਕਿਉਂ ਹੈ। ਤਾਂ ਪਹਿਲਾਂ ਇਹ ਸਮਝਣ ਦੀ ਬਹੁਤ ਜ਼ਿਆਦਾ ਲੋੜ ਹੈ ਆਪਾਂ ਨੂੰ ਕਿ ਜਿਵੇਂ ਜਿਵੇਂ ਕੋਈ ਵੀ ਇਨਸਾਨ, ਘਰ, ਫੈਕਟਰੀ ਤਰੱਕੀ ਕਰਦੀ ਹੈ, ਦੇਸ਼ ਵਿਕਸਿਤ ਹੁੰਦਾ ਹੈ, ਤਾਂ ਜਿਵੇਂ ਜਿਵੇਂ ਵਿਕਸਿਤ ਹੁੰਦਾ ਜਾਏਗਾ ਉਸ ਨੂੰ ਹੋਰ ਜ਼ਿਆਦਾ ਵਿਕਸਿਤ ਹੋਣ ਲਈ ਵੱਧ ਊਰਜਾ ਦੀ ਲੋੜ ਪਵੇਗੀ। ਆਪਾਂ ਉਦਾਹਰਨ ਲੈ ਲਈਏ, ਜੇ ਛੋਟਾ ਘਰ ਹੈ, ਪੱਖੇ ਲੱਗੇ ਹੋਏ ਹਨ, ਦੋ ਲਾਈਟਾਂ ਲੱਗੀਆਂ ਹੋਈਆਂ, ਤਾਂ ਊਰਜਾ ਦੀ ਖਪਤ ਘੱਟ ਹੈ। ਪਰ ਜੇ ਇਹੀ ਘਰ ਵਿਕਸਿਤ ਹੋ ਜਾਵੇ, ਫਰਿੱਜ ਲੈ ਲਿਆ, TV ਲੈ ਲਿਆ, AC ਲੈ ਲਿਆ, ਰਸੋਈ ਵਿੱਚ ਵੀ ਬਿਜਲੀ ਵਾਲੇ ਸਮਾਨ ਲੈ ਲਏ, ਤਾਂ ਕੁਦਰਤੀ ਗੱਲ ਹੈ ਕਿ ਇਸ ਨਾਲ ਊਰਜਾ ਦੀ ਖਪਤ ਹੋਰ ਵੱਧ ਜਾਵੇਗੀ। ਮਤਲਬ ਜਿੰਨਾ ਜ਼ਿਆਦਾ ਵਿਕਸਿਤ ਹੋਣਾ ਚਾਹੇਗਾ ਕੋਈ, ਤਾਂ ਉਸ ਨੂੰ ਵਿਕਸਿਤ ਹੋਣ ਲਈ ਵੱਧ ਊਰਜਾ ਦੀ ਲੋੜ ਪਵੇਗੀ। ਹੁਣ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਆਪਾਂ ਨੂੰ ਊਰਜਾ ਦੀ ਕਿਸੇ ਸੋਮੇ ਦੀ ਲੋੜ ਪਵੇਗੀ ਤਾਂ ਆਪਾਂ ਕਿਵੇਂ ਚੈੱਕ ਕਰਾਂਗੇ, ਪਤਾ ਕਰਾਂਗੇ ਕਿ ਆਪਾਂ ਇਹ ਬਾਲਣ ਇਸਤੇਮਾਲ ਕਰ ਸਕਦੇ ਹਾਂ ਕਿ ਨਹੀਂ। ਬਾਲਣ ਤਾਂ ਇਸਤੇਮਾਲ ਕਰ ਸਕਾਂਗੇ ਜੇ ਉਹ ਵਧੀਆ ਹੋਊਗਾ, ਅਤੇ ਵਧੀਆ ਬਾਲਣ ਦੇ ਇਸਤੇਮਾਲ ਲਈ ਆਪਾਂ ਨੂੰ ਚੈੱਕ ਕਰਨਾ ਪਵੇਗਾ ਕਿ ਵਧੀਆ ਹੈ ਕਿ ਨਹੀਂ। ਤਾਂ ਵਧੀਆ ਚੈੱਕ ਕਰਨ ਲਈ ਆਪਾਂ ਨੂੰ 2-3 ਕੁਐਸਚਨਸ ਦਾ ਆਨਸਰ ਲੱਭਣਾ ਪਵੇਗਾ। ਪਹਿਲਾ ਕੁਐਸਚਨ ਕੀ ਹੈ ਕਿ ਜਿਹੜਾ ਬਾਲਣ ਤੁਸੀਂ ਸੋਚ ਰਹੇ ਹੋ ਉਹ ਕਿੰਨੀ ਊਰਜਾ ਪੈਦਾ ਕਰਦਾ, ਕਿੰਨੀ ਤਾਪ ਊਰਜਾ ਪੈਦਾ ਕਰਦਾ ਹੈ। ਸੈਕਿੰਡ ਕੁਐਸਚਨ ਕਿ ਇਹ ਬਹੁਤਾ ਧੂੰਆਂ ਤਾਂ ਨਹੀਂ ਪੈਦਾ ਕਰਦਾ, ਪ੍ਰਦੂਸ਼ਣ ਤਾਂ ਨਹੀਂ ਕਰਦਾ। ਤੀਸਰਾ ਕੁਐਸਚਨ ਆਪਾਂ ਇਹ ਲੱਭਾਂਗੇ, ਆਨਸਰ ਲੱਭਾਂਗੇ ਇਸ ਦਾ ਕਿ ਇਹ ਸੌਖਿਆਂ ਉਪਲਬਧ ਹੈ ਕਿ ਨਹੀਂ। ਤਾਂ ਇਹਨਾਂ ਤਿੰਨਾਂ ਕੁਐਸਚਨ ਦੇ ਆਨਸਰ ਜੇ ਆਪਾਂ ਨੂੰ ਸਹੀ ਮਿਲਣਗੇ ਤਾਂ ਆਪਾਂ ਕਹਿ ਸਕਾਂਗੇ ਕਿ ਬਾਲਣ ਵਧੀਆ ਹੋਵੇਗਾ ਜਾਂ ਨਹੀਂ ਵਧੀਆ ਹੋਵੇਗਾ। ਤਾਂ ਚੰਗੇ ਬਾਲਣ ਦੇ ਚੰਗੇ ਸਰੋਤ ਦੀਆਂ ਵਿਸ਼ੇਸ਼ਤਾਵਾਂ ਹਨ। ਪਹਿਲੀ ਵਿਸ਼ੇਸ਼ਤਾ ਇਹ ਹੋਵੇਗੀ ਕਿ ਇਸ ਵਿੱਚ ਪ੍ਰਤੀ ਯੂਨਿਟ ਪੁੰਜ ਜਾਂ ਆਇਤਨ ਦੀ ਉੱਚ ਊਰਜਾ ਆਉਟਪੁੱਟ ਹੋਣੀ ਚਾਹੀਦੀ ਹੈ। ਮਤਲਬ 1 ਕਿਲੋਗ੍ਰਾਮ ਜਦੋਂ ਬਾਲਣ ਜਾਂ ਫਿਰ 1 ਲੀਟਰ ਬਾਲਣ ਜਲਾਓਗੇ ਤਾਂ ਊਰਜਾ ਵੱਧ ਪੈਦਾ ਹੋਣੀ ਚਾਹੀਦੀ ਹੈ। ਜਿੰਨੀ ਵੱਧ ਊਰਜਾ ਪੈਦਾ ਹੋਵੇਗੀ ਉਨਾ ਵਧੀਆ ਬਾਲਣ ਹੋਵੇਗਾ। ਦੂਜਾ ਪੁਆਇੰਟ ਇਹ ਹੈ ਕਿ ਇਹ ਆਸਾਨੀ ਨਾਲ ਉਪਲਬਧ ਹੋਵੇ। ਠੀਕ ਹੈ, ਜਿਵੇਂ ਹੁਣ LPG ਗੈਸ ਆ, ਨੈਚੁਰਲ ਗੈਸ ਆ, ਇਹ ਆਮ ਵਧੀਆ ਉਪਲਬਧ ਹੋ ਜਾਂਦੇ ਹਨ, ਇਸ ਕਰਕੇ ਇਹਨਾਂ ਨੂੰ ਵਧੀਆ ਸੋਮਿਆਂ ਮੰਨਿਆ ਜਾਂਦਾ ਹੈ। ਤੀਸਰਾ ਪੁਆਇੰਟ ਆਪਾਂ ਇਹ ਦੇਖਾਂਗੇ ਕਿ ਇਹਨਾਂ ਨੂੰ ਸਟੋਰ ਕਰਨਾ ਸੌਖਾ ਹੈ ਕਿ ਨਹੀਂ, ਇੱਕ ਥਾਂ ਤੋਂ ਦੂਜੀ ਥਾਂ 'ਤੇ ਲੈ ਕੇ ਜਾਣਾ ਸੌਖਾ ਹੈ ਕਿ ਨਹੀਂ। ਜੇ ਹਾਂ ਆਨਸਰ ਹੈ
ਤਾਂ ਵਧੀਆ ਬਾਲਣ ਦੀ ਇਹ ਇੱਕ ਵਿਸ਼ੇਸ਼ਤਾ ਇਹ ਵੀ ਹੋਵੇਗੀ। ਬਾਕੀ ਜੋ ਇਹਨਾਂ ਸਾਰਿਆਂ ਤੋਂ ਬਿਨਾਂ ਆਪਾਂ ਹੋਰ ਪੁਆਇੰਟ ਨੋਟ ਕਰਦੇ ਹਾਂ ਉਹ ਹੈ ਕਿ ਕਿਫਾਇਤੀ ਮਤਲਬ ਸਸਤਾ ਕਿ ਨਹੀਂ। ਜੇ ਉੱਪਰਲੇ ਤਿੰਨੇ ਵਿਸ਼ੇਸ਼ਤਾਵਾਂ ਪੂਰੀਆਂ ਹੁੰਦੀਆਂ ਹੋਣ ਪਰ ਇਹ ਸਸਤਾ ਨਹੀਂ ਹੈ, ਲੋਕਾਂ ਦੀ ਪਹੁੰਚ ਵਿੱਚ ਹੀ ਨਹੀਂ ਹੈ, ਫਿਰ ਲੋਕ ਇਸਤੇਮਾਲ ਕਿੱਥੋਂ ਕਰਨਗੇ। ਤਾਂ ਇਸ ਕਰਕੇ ਇਹ ਸਸਤਾ ਵੀ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਗੱਲਾਂ ਹਨ, ਜਿਵੇਂ ਕਿ ਜਿਹੜੀ ਬਾਲਣ ਦੇ ਜਲਣ ਦੀ ਦਰ ਹੈ ਉਹ ਨਾ ਜ਼ਿਆਦਾ ਤੇਜ਼ ਹੋਣੀ ਚਾਹੀਦੀ ਹੈ, ਨਾ ਜ਼ਿਆਦਾ ਘੱਟ ਹੋਣੀ ਚਾਹੀਦੀ ਹੈ। ਇਹੋ ਜਿਹੀਆਂ ਹੋਰ ਵੀ ਗੱਲਾਂ ਹਨ, ਪਰ ਇਹ 4-5 ਗੱਲਾਂ ਹਨ ਜਿਹੜੀ ਤੁਸੀਂ ਧਿਆਨ ਵਿੱਚ ਰੱਖਣੀਆਂ ਹਨ, ਜਿਹੜੀਆਂ ਇਹ ਚੰਗੇ ਬਾਲਣ ਦੀਆਂ ਵਿਸ਼ੇਸ਼ਤਾਵਾਂ ਹਨ। ਉਸ ਤੋਂ ਬਾਅਦ ਆਪਾਂ ਇਹ ਦੇਖਦੇ ਹਾਂ ਕਿ ਊਰਜਾ ਦੇ ਸਰੋਤ ਕਿਹੜੇ ਕਿਹੜੇ ਹਨ। ਤਾਂ ਬੱਚਿਓ, ਊਰਜਾ ਦੇ ਮੁੱਖ ਦੋ ਸਰੋਤ ਹਨ, ਦੋ ਕਿਸਮਾਂ ਦੇ ਸਰੋਤ ਹਨ। ਪਹਿਲਾ ਪਾਰੰਪਰਿਕ ਊਰਜਾ ਦੇ ਸਰੋਤ ਹਨ, ਦੂਜਾ ਜਿਹੜੇ ਸਰੋਤ ਹਨ ਉਹਨਾਂ ਨੂੰ ਆਪਾਂ ਗੈਰ ਪਰੰਪਰਾਗਤ ਊਰਜਾ ਦੇ ਸੋਮੇ ਕਹਿੰਦੇ ਹਾਂ। ਪਾਰੰਪਰਿਕ ਊਰਜਾ ਦੇ ਸੋਮੇ ਜਿਵੇਂ ਕਿ ਲੱਕੜ, ਵਗਦੇ ਪਾਣੀ, ਜੈਵਿਕ ਬਾਲਣ ਜਿਵੇਂ ਕਿ ਕੋਲਾ, ਪੈਟਰੋਲੀਅਮ, ਕੁਦਰਤੀ ਗੈਸ ਆਦਿ, ਇਹ ਸਾਰੇ ਪਾਰੰਪਰਿਕ ਊਰਜਾ ਦੇ ਸੋਮੇ ਹਨ, ਕਿਉਂਕਿ ਪਿੱਛੋਂ ਤੋਂ ਹੀ ਲੋਕ ਇਹਨਾਂ ਨੂੰ ਇਸਤੇਮਾਲ ਕਰਦੇ ਆ ਰਹੇ ਹਨ। ਦੂਜੀ ਕਿਸਮ ਦੇ ਸੋਮੇ ਜਿਹੜੇ ਕਿ ਗੈਰ ਪਰੰਪਰਾਗਤ ਊਰਜਾ ਦੇ ਸਰੋਤ ਸਨ, ਉਹ ਹੈ ਸੂਰਜੀ ਊਰਜਾ, ਪੌਣ ਊਰਜਾ ਜਿਸ ਨੂੰ ਹਵਾ ਊਰਜਾ ਕਿਹਾ ਗਿਆ, ਬਾਇਓਮਾਸ ਊਰਜਾ, ਸਮੁੰਦਰੀ ਊਰਜਾ ਜਿਸ ਵਿੱਚ ਜਵਾਰ ਊਰਜਾ, ਤਰੰਗ ਊਰਜਾ ਜਾਂ ਸਮੁੰਦਰ ਦੀ ਥਰਮਲ ਊਰਜਾ ਜਿਸ ਨੂੰ ਤਾਪ ਊਰਜਾ ਕਹਿ ਦਿੰਦੇ ਹਾਂ, ਭੂ-ਤਾਪ ਊਰਜਾ, ਪਰਮਾਣੂ ਊਰਜਾ, ਇਹ ਸਾਰੇ ਗੈਰ ਪਰੰਪਰਾਗਤ ਊਰਜਾ ਸੋਮੇ ਹਨ, ਕਿਉਂਕਿ ਪਹਿਲਾਂ ਇਹਨਾਂ ਦਾ ਇਸਤੇਮਾਲ ਨਹੀਂ ਹੋ ਰਿਹਾ ਸੀ। ਹੁਣ ਕਿ ਪਿੱਛੇ ਕੁਝ ਸਮੇਂ ਪਹਿਲਾਂ ਇਹ ਸਾਰੇ ਊਰਜਾ ਦੇ ਜਿਹੜੇ ਸਰੋਤ ਨੇ ਵਰਤੋਂ ਵਿੱਚ ਆਏ ਹਨ ਅਤੇ ਅੱਗੇ ਇਹਨਾਂ ਦੀ ਵਰਤੋਂ ਵੱਧਦੀ ਆ ਰਹੀ ਹੈ। ਤਾਂ ਇਸ ਕਰਕੇ ਇਹਨਾਂ ਨੂੰ ਗੈਰ ਪਰੰਪਰਾਗਤ, ਗੈਰ ਰਵਾਇਤੀ ਊਰਜਾ ਦੇ ਸਰੋਤ ਆਪਾਂ ਕਿਹਾ ਗਿਆ। ਜਿਹੜੇ ਆਪਾਂ ਉੱਪਰ ਦੋ ਕਿਸਮਾਂ ਦੇ ਜਿਹੜੇ ਸਰੋਤ ਨੇ ਉਹਨਾਂ ਦੀ ਗੱਲ ਕੀਤੀ ਹੈ, ਇਹਨਾਂ ਵਿੱਚੋਂ ਕੁਝ ਨਵਿਆਉਣਯੋਗ ਹਨ, ਨਵੀਨੀਕਰਨਯੋਗ ਹਨ, ਜਿਵੇਂ ਕਿ ਹਵਾ, ਸੂਰਜ, ਵਗਦਾ ਪਾਣੀ, ਸਮੁੰਦਰ, ਲੱਕੜ, ਬਾਇਓਮਾਸ। ਇਹ ਵਾਰ-ਵਾਰ ਘੱਟ ਸਮੇਂ ਵਿੱਚ ਦੁਬਾਰਾ ਰਿਨਿਊ ਹੋ ਜਾਂਦੇ ਹਨ, ਖਤਮ ਨਹੀਂ ਹੁੰਦੇ ਹਨ, ਇਸ ਕਰਕੇ ਇਹ ਨਵੀਨੀਕਰਨ ਹਨ। ਦੂਜੇ ਪਾਸੇ ਇਹਨਾਂ ਵਿੱਚੋਂ ਕੁਝ ਸੋਮੇ ਜਿਵੇਂ ਕਿ ਕੋਲਾ, ਪੈਟਰੋਲੀਅਮ, ਕੁਦਰਤੀ ਗੈਸ, ਇਹ ਨਾ ਨਵਿਆਉਣਯੋਗ ਮਤਲਬ ਕਿ ਦੁਬਾਰਾ ਰਿਨਿਊ ਨਹੀਂ ਹੁੰਦੇ ਜੇ ਖਤਮ ਹੋ ਜਾਣ, ਇਸ ਕਰਕੇ ਇਹ ਨਾ ਨਵੀਨੀਕਰਨ ਨਾ ਨਵਿਆਉਣਯੋਗ ਸੋਮੇ ਹਨ। ਹੁਣ ਆਪਾਂ ਪਹਿਲਾਂ ਜਿਹੜੀ ਕਿਸਮ ਦੇ ਸੋਮੇ ਸੀ ਪਾਰੰਪਰਿਕ ਊਰਜਾ ਦੇ ਸੋਮੇ, ਇਹਨਾਂ ਬਾਰੇ ਡਿਟੇਲ ਵਿੱਚ ਗੱਲ ਕਰਦੇ ਹਾਂ। ਪਾਰੰਪਰਿਕ ਸੋਮਿਆਂ ਵਿੱਚੋਂ ਪਹਿਲੀ ਜਿਹੜੀ ਕਿਸਮ ਹੈ ਉਹ ਹੈ ਜੈਵਿਕ ਬਾਲਣ, ਜੈਵਿਕ ਊਰਜਾ, ਬਾਇਓਮਾਸ। ਤਾਂ ਕੋਲਾ, ਪੈਟਰੋਲੀਅਮ ਬਾਰੇ ਤੁਸੀਂ ਬੱਚਿਆਂ ਛੋਟੀ ਕਲਾਸ ਤੋਂ ਹੀ ਪੜ੍ਹਦੇ ਆ ਰਹੇ ਹੋ। ਤੁਹਾਨੂੰ ਪਤਾ ਹੈ ਕਿ ਲੱਖਾਂ ਸਾਲਾਂ ਬਾਅਦ ਪੌਦੇ ਅਤੇ ਜਾਨਵਰਾਂ ਦੀ ਰਹਿੰਦ ਖੂੰਹਦ ਤੋਂ ਧਰਤੀ ਦੇ ਅੰਦਰ ਬਣੇ ਜਿਹੜੇ ਬਾਲਣ ਹੁੰਦੇ ਉਹ ਪੈਦਾ ਹੁੰਦੇ ਆ, ਬਣਦੇ ਆ, ਜਿਵੇਂ ਕਿ ਕੋਲਾ, ਪੈਟਰੋਲੀਅਮ, ਕੁਦਰਤੀ ਗੈਸ ਆਦਿ। ਅਤੇ ਜਿਹੜੇ ਇਹ ਸੋਮੇ ਹਨ ਇਹ ਨਾ ਨਵਿਆਉਣਯੋਗ ਸੋਮੇ ਹਨ। ਜੇਕਰ ਆਪਾਂ ਇਹਨਾਂ ਦੇ ਭੰਡਾਰਾਂ ਵਿੱਚੋਂ ਇਹਨਾਂ ਨੂੰ ਕੱਢਦੇ ਜਾਈਏ ਤਾਂ ਇੱਕ ਸਮੇਂ 'ਤੇ ਇਹ ਖਤਮ ਹੋ ਜਾਣਗੇ, ਫਿਰ ਆਪਾਂ ਇਹਨਾਂ ਦਾ ਇਸਤੇਮਾਲ ਨਹੀਂ ਕਰ ਸਕਦੇ। ਤਾਂ ਇਸ ਕਰਕੇ ਇਹਨਾਂ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ ਅਤੇ ਜਿੱਥੇ ਜ਼ਿਆਦਾ ਹੀ ਲੋੜ ਹੈ ਉੱਥੇ ਇਹਨਾਂ ਦਾ ਸਹੀ ਢੰਗ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ। ਜਿੱਥੇ ਇਹ ਆਪਣੀ ਮੁੱਖ ਲੋੜਾਂ ਪੂਰੇ ਕਰਦੇ ਹਨ ਉੱਥੇ ਇਹਨਾਂ ਬਾਲਣਾਂ ਦਾ ਨੁਕਸਾਨ ਵੀ ਹੈ, ਜਿਵੇਂ ਇਹ ਕਾਫੀ ਸਾਰੀ ਨੁਕਸਾਨਦਾਇਕ ਗੈਸਾਂ ਪੈਦਾ ਕਰਦੇ ਹਨ ਜਿਸ ਨਾਲ ਹਵਾ ਪ੍ਰਦੂਸ਼ਣ ਹੁੰਦਾ ਹੈ। ਹੋਰ ਕੀ ਨੁਕਸਾਨ ਹੈ? ਦੂਸਰਾ ਪੁਆਇੰਟ ਵੀ ਇਹ ਜਲਣ ਤੋਂ ਬਾਅਦ ਜਿਹੜੇ ਆਕਸਾਈਡ, ਤੇਜ਼ਾਬੀ ਆਕਸਾਈਡ ਪੈਦਾ ਕਰਦੇ ਹਨ, ਜਿਵੇਂ ਕਿ ਸਲਫਰ ਜਾਂ ਨਾਈਟ੍ਰੋਜਨ ਦੇ ਆਕਸਾਈਡ। ਜਦੋਂ ਇਹ ਮੀਂਹ ਦਾ ਪਾਣੀ ਹੁੰਦਾ ਉਹਦੇ ਨਾਲ ਮਿਲ ਕੇ ਤੇਜ਼ਾਬ ਪੈਦਾ ਕਰਦੇ ਹਨ ਅਤੇ ਤੇਜ਼ਾਬੀ ਵਰਖਾ ਬਣਨ ਦਾ ਕਾਰਨ ਹੁੰਦਾ ਹੈ, ਜਿਹੜੇ ਕਿ ਜੀਵਾਂ ਲਈ ਜਾਂ ਮਿੱਟੀ ਲਈ ਜਾਂ ਪਾਣੀ ਨੂੰ ਪ੍ਰਭਾਵਿਤ ਕਰਦਾ, ਨੁਕਸਾਨਦਾਇਕ ਕਰਦਾ ਹੈ, ਇਮਾਰਤਾਂ ਨੂੰ ਵੀ ਖਰਾਬ ਕਰਦਾ। ਜਿਵੇਂ ਤੁਸੀਂ ਸੁਣਿਆ ਹੋਵੇਗਾ ਤਾਜ ਮਹਿਲ ਦਾ ਰੰਗ ਖਰਾਬ ਹੋ ਰਿਹਾ, ਉਹ ਕਿਉਂਕਿ ਤਾਜ ਮਹਿਲ ਆਗਰਾ ਵਿੱਚ ਕਾਫੀ ਸਾਰੇ ਇੰਡਸਟਰੀ ਹਨ ਜਿਨ੍ਹਾਂ ਕਰਕੇ ਪੋਲਿਊਸ਼ਨ ਪੈਦਾ ਹੁੰਦਾ ਹੈ, ਜਿਨ੍ਹਾਂ ਵਿੱਚੋਂ ਇਹੋ ਜਿਹੇ ਜਿਹੜੇ ਨਾਈਟ੍ਰੋਜਨ ਆਕਸਾਈਡ ਵਗੈਰਾ ਜਾਂ ਸਲਫਰ ਆਕਸਾਈਡ ਵਗੈਰਾ ਮੀਂਹ ਦੌਰਾਨ ਮਿਲ ਕੇ ਤੇਜ਼ਾਬੀ ਵਰਖਾ ਪੈਦਾ ਕਰਦੇ ਹਨ, ਜਿਸ ਨਾਲ ਤਾਜ ਮਹਿਲ ਦਾ ਰੰਗ ਖਰਾਬ ਹੁੰਦਾ ਹੈ। ਹੋਰ ਕਾਰਬਨ ਡਾਈਆਕਸਾਈਡ ਵੀ ਤੀਜੇ ਪੁਆਇੰਟ 'ਤੇ ਵੀ ਬਹੁਤ ਜ਼ਿਆਦਾ ਮਾਤਰਾ ਵਿੱਚ ਛੱਡੀ ਜਾਂਦੀ ਹੈ। ਇਸ ਨਾਲ ਵੀ ਕੀ ਹੈ, ਤਾਪਮਾਨ ਧਰਤੀ ਦਾ ਵੱਧਦਾ ਹੈ, ਗਲੋਬਲ ਵਾਰਮਿੰਗ ਹੁੰਦੀ ਹੈ ਅਤੇ ਉਹਦੇ ਜੋ ਗਲਤ ਪ੍ਰਭਾਵ ਨੇ ਉਹ ਵੀ ਆਪਾਂ ਨੂੰ ਦੇਖਣੇ ਪੈਂਦੇ ਹਨ। ਤਾਂ ਬੱਚਿਓ
ਇਸ ਨਾਲ ਸੰਬੰਧਿਤ ਕੁਝ ਤੁਹਾਡੇ ਅਭਿਆਸ ਦੇ ਵਿੱਚ ਪ੍ਰਸ਼ਨ ਹਨ, ਜਿਵੇਂ ਕਿ ਊਰਜਾ ਦਾ ਵਧੀਆ ਸੋਮਾ ਕਿਸ ਨੂੰ ਕਹਿੰਦੇ ਹਨ। ਦੂਸਰਾ ਕੁਐਸ਼ਨ ਹੈ ਵਧੀਆ ਬਾਲਣ ਕਿਸ ਨੂੰ ਕਹਿੰਦੇ ਹਨ। ਤੀਸਰਾ ਕੁਐਸ਼ਨ ਹੈ ਜੇਕਰ ਤੁਸੀਂ ਆਪਣੇ ਭੋਜਨ ਨੂੰ ਗਰਮ ਕਰਨ ਲਈ ਕਿਸੇ ਵੀ ਊਰਜਾ ਸੋਮੇ ਦਾ ਉਪਯੋਗ ਕਰ ਸਕਦੇ ਹੋ ਤਾਂ ਕਿਸ ਦੀ ਵਰਤੋਂ ਕਰੋਗੇ ਅਤੇ ਕਿਉਂ। ਤਾਂ ਬੱਚਿਓ, ਇਸ ਤੋਂ ਅੱਗੇ ਦਾ ਪਾਠ ਆਪਾਂ ਅਗਲੀ ਕਲਾਸ ਵਿੱਚ, ਅਗਲੇ ਲੈਕਚਰ ਵਿੱਚ ਪੜ੍ਹਾਂਗੇ। ਅਤੇ ਤਾਂ ਜੋ ਤੁਹਾਨੂੰ ਸਾਰੇ ਵੀਡੀਓਜ਼ ਨੋਟੀਫਿਕੇਸ਼ਨ ਵਿੱਚ ਹੀ ਮਿਲ ਜਾਣ, ਇਹ ਚੈਨਲ ਨੂੰ ਲਾਈਕ ਜ਼ਰੂਰ ਕਰੋ। ਥੈਂਕ ਯੂ।